मिस्टर सिंह प्रोडक्शंस ते गुरबानी कीर्तन ढाडी वारा कथा कविश्री वारा लाइव कीर्तन देखण लई हुणे सबसक्राइब करो अते बैल दी घंटी वजाउणा ना भुलना। सतनाम श्री वाहेगुरु जी। गुरु गरीब नवाज दियो जाता नहीं तेरा कीता जातो नहीं। मैनो जोग की तोई मैं निर्गुणिया रे को गुण नहीं। आपे तरस पयोई कबीर मेरा मुझ में किस नाही जो किस है सो तेरा तुझको सौंपते क्या लगे मेरा आनंद गुणी निधान गुरु गरीब निवाज। सारी संगत गज के बोलना सतनाम श्री वाहेगुरु जी। पाए कहे जब ते तुमरे तब ते को आख तरे नहीं आन्यो। राम रहीम कुरान कुरान अनेक कह मत एक न मान्यो। सिमृत शास्त्र पे सब भेद कहे हम एक न जानो। श्री उस्मान कृपा तुम्हारी कर मैं न कहो सब तो बखानो। बेनती मेरी है बेनती संगते कुरान दिए कह दो वाहेगुरु वाह।
खंडे वाली पान दे के, खंडे वाली पान दे के नाई छींबे जीवरानू। हाँ खंडे वाली पान दे के, खंडे वाली पान दे के नाई छींबे जीवरानू। हाँ गिद्दड़ा तो शेर है, ओ गिद्दड़ा तो शेर है, बढ़ाया दशमेश ने। गिद्दड़ा तो शेर है, बढ़ाया दशमेश ने। अजीत ते जुझार जोरा, अजीत ते जुझार जोरा, वार फतेह सिंह ताई। हाँ अजीत ते जुझार जोरा, अजीत ते जुझार जोरा, अजीत ते जुझार जोरा, वार फतेह सिंह ताई। हाँ वार के ते खालसा, हो वार के ते खालसा, वटाया दशमेश ने। वार के ते खालसा, वटाया दशमेश ने। सिक्की वाली शमायुताया, सिक्की वाली शमायुता, सिक्की वाली शमायुता, कैਵੇਂ कुर्बान होना। सिक्की वाली शमायुता, सिक्की वाली शमायुता, किवें कुर्बान होना। हाँ ਸਿੰਘਾਂ सरदारां नूं, हो ਸਿੰਘਾਂ सरदारां नूं सिखाया दशमेश ने। ਸਿੰਘਾਂ सरदारां नूं सिखाया दशमेश ने। मौजिया जो पीड़िया तो मौजिया जो पीड़िया तो पैरा हेठा रुलदे सी। चुक के ते छाती नाल, चुक के ते छाती नाल लाया दशमेश ने। हो
ਮੌਜੀਆ ਜੋ ਪੀੜੀਆਂ ਤੋਂ ਮੌਜੀਆ ਜੋ ਪੀੜੀਆਂ ਤੋਂ ਪੈਰਾਂ ਹੇਠਾਂ ਰੋਲਦੇ ਸੀ ਹਾਂ ਮੌਜੀਆ ਜੋ ਪੀੜੀਆਂ ਤੋਂ ਮੌਜੀਆ ਜੋ ਪੀੜੀਆਂ ਤੋਂ ਪੈਰਾਂ ਹੇਠਾਂ ਰੁਲਦੇ ਸੀ ਹਾਂ ਝੁਕ ਕੇ ਤੇ ਛਾਤੀ ਨਾਲ ਹੋ ਝੁਕ ਕੇ ਤੇ ਛਾਤੀ ਨਾਲ ਲਾਇਆ ਦਸ਼ਮੇਸ਼ ਨੇ ਝੁਕ ਕੇ ਤੇ ਛਾਤੀ ਨਾਲ ਲਾਇਆ ਦਸ਼ਮੇਸ਼ ਨੇ ਝੁਕ ਕੇ ਤੇ ਛਾਤੀ ਨਾਲ ਲਾਇਆ ਦਸ਼ਮੇਸ਼ ਨੇ ਹੋ ਵਾਹਿਗੁਰੂ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਣ ਕਾ ਇਹ ਸੁਆਓ ਜਨ ਕੈ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਜਨਮ ਮਰਨ ਦੁਹੂ ਮੈਂ ਨਾਹੀ ਜਨ ਪਰਉਪਕਾਰੀ ਆਏ ਸਿੱਖ ਕੌਮ ਦੇ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਨਗਰ ਸਿੱਧਵਾਂ ਦੀ ਸੰਗਤ ਔਰ ਇਲਾਕੇ ਦੀ ਸੰਗਤ ਬੜੀ ਹੀ ਸ਼ਰਧਾ ਔਰ ਭੈ ਭਾਵਨੀ ਨਾਲ ਇਸ ਪੰਜਵਾਂ ਸਾਲਾਨਾ ਜੋੜ ਮੇਲਾ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਸਦਕਾ ਮਨਾਇਆ ਜਾ ਰਿਹਾ ਵੱਡੇ ਭਾਗਾਂ ਵਾਲੇ ਹਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਤੁਸੀਂ ਦੇਵਤਿਆਂ ਵਾਂਗ ਚੌਂਕੜੀਆਂ ਮਾਰ ਕੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਕੀਰਤਨ ਵੀ ਸਰਵਣ ਕੀਤਾ ਏ ਮਹਾਨ ਕਥਾ ਗੁਰੂ ਘਰ ਦੀ ਵੱਡ ਵਡੇਰਿਆਂ ਦੀ ਜੋ ਦਾਸਤਾਨ ਹੈ ਆਪ ਜੀ ਨੇ ਗੁਰੂ ਘਰ ਦੇ ਕਥਾਵਾਚਕਾਂ ਪਾਸੋਂ ਵੀ ਸਰਵਣ ਕੀਤੀਆਂ ਵਿਚਾਰਾਂ ਔਰ ਹੁਣ ਆਪ ਜੀ ਦੀ ਸੇਵਾ ਕਰਨ ਵਾਸਤੇ ਦਾਸਰਾਂ ਨੂੰ ਕੋਈ ਸਮਾਂ ਨਸੀਬ ਹੋਇਆ ਢਾਡੀ ਕਲਾ ਦੇ ਰਾਹੀਂ ਆਪ ਜੀ ਦੀ ਸੇਵਾ ਕਰੀਏ ਆਪ ਜੀ ਦੀ ਸੀਸ ਦੇ ਪਾਤਰ ਬਣਨਾ ਚਾਹੁੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਦਬ ਸਤਕਾਰ ਸਹਿ ਸੀਸ ਝੁਕਾਓ ਚੌਂਕੜੇ ਮਾਰੋ ਦੋਨੋਂ ਹੱਥ ਜੋੜ ਕੇ ਜਿੱਥੋਂ ਵੀ ਤੱਕ ਆਵਾਜ਼ ਜਾ ਰਹੀ ਹੈ ਆਪਣੇ ਮਨ ਦੀ ਹਾਜ਼ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਲਵਾ ਕੇ ਫਤਿਹ ਦੀ ਸਾਂਝ ਪਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਸਮਾਗਮ ਸਤਿਕਾਰਯੋਗ ਵੀਰ ਜੀ ਗੁਰਲਾਲ ਸਿੰਘ ਜੀ ਸਾਡੇ ਵੱਡੇ ਵੀਰ ਨੇ ਔਰ ਇਸ ਪਰਿਵਾਰ ਦੇ ਨਾਲ ਸਾਡਾ ਹੁਣ ਰਿਸ਼ਤੇਦਾਰੀ ਵਾਲਾ ਵੀ ਸਨੇਹ ਹੈ ਬੜਾ ਥਾਂ ਪਿਆਰ ਹੈ ਤੁਹਾਡੇ ਨਗਰ ਦੇ ਨਾਲ ਔਰ ਜਦੋਂ ਦਾ ਉਹਨਾਂ ਨੇ ਹੁਕਮ ਕੀਤਾ ਲਗਭਗ ਮੈਨੂੰ ਲੱਗਦਾ ਸ਼ਾਇਦ ਇਹ ਚੌਥੇ ਸਾਲ ਮੈਂ ਆਪ ਜੀ ਦਰਸ਼ਨਦਾਰੇ ਕਰ ਰਿਹਾ ਹਰ ਸਾਲ ਆਪ ਯਾਦ ਕਰਦੇ ਹੋ ਤੇ ਸੰਗਤ ਨਿਵਾਸੀ ਵੀਰ ਜੀ ਦੱਸ ਰਿਹਾ ਸੀ ਵੀ ਪਿੰਡ ਵਾਲੇ ਵੀ ਔਰ ਇਲਾਕੇ ਵਾਲੇ ਵੀ ਸਾਡਾ ਬੜਾ ਸਹਿਯੋਗ ਕਰਦੇ ਨੇ ਗੁਰੂ ਘਰ ਦੇ ਸੇਵਾਦਾਰ ਵੀ ਕਹਿੰਦੇ ਬਹੁਤ ਸਹਿਯੋਗ ਦਿੰਦੇ ਨੇ ਤਾਂ ਹੀ ਤਾਂ ਐਡਾ ਮਹਾਕੁੰਭ ਰਚਿਆ ਗਿਆ ਆਪ ਜੀ ਇਸ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਪਹੁੰਚੇ ਹੋ ਸਮਾਂ ਲਗਭਗ ਮੇਰੇ ਕੋਲ 45 ਮਿੰਟ ਦਾ ਬਚਿਆ ਮੈਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਇੱਕ ਅਲੌਕਿਕ ਔਰ ਲਸਾਨੀ ਪੰਨਾ ਆਪ ਜੀ ਦੇ ਸਾਹਮਣੇ ਕਹਿਣ ਦਾ ਯਤਨ ਕਰਾਂਗਾ ਇੱਕ ਵਾਰ ਪਿਆਰ ਸਤਿਕਾਰ ਨਾਲ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਦਮਦਮਾ ਸਾਹਿਬ ਦੀ ਧਰਤੀ ਹੈ ਸਾਬੋ ਕੀ ਤਲਵੰਡੀ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੋਭਾ ਪਾ ਰਹੇ ਨੇ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਦੀਵਾਨ ਦੇ ਵਿੱਚੋਂ ਚੱਲਦੇ ਚੱਲਦੇ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਆਣ ਪਹੁੰਚੇ ਆ ਕੇ ਉਹਨਾਂ ਇੱਕ ਸਵਾਲ ਕੀਤਾ ਕਹਿੰਦੇ ਗੁਰਦੇਵ ਸਤਿਗੁਰੂ ਸਾਡੇ 4 ਸਾਹਿਬਜ਼ਾਦਿਆਂ ਦੇ ਵਿੱਚੋਂ ਇੱਕ ਵੀ ਸਾਹਿਬਜ਼ਾਦਾ ਸੰਗਤ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਸਰੀਰ ਕਰਕੇ ਕਿਰਪਾ ਕਰਕੇ ਦੱਸੋਗੇ ਚੌਵੇਂ ਸਾਹਿਬਜ਼ਾਦੇ ਕਿੱਥੇ ਹਨ ਤੇ ਕਲਗੀਧਰ ਪਾਤਸ਼ਾਹ ਨੇ ਆਖਿਆ ਕਹਿਣ ਲੱਗੇ ਸੁੰਦਰੀ ਜੀ ਸਾਹਿਬ ਕੌਰ ਜੀ ਅਸੀਂ ਰੱਬ ਨਾਲ ਇੱਕ ਸੌਦਾ ਕੀਤਾ ਤੇ ਸੌਦਾ ਬੜਾ ਲਾਹੇਵੰਦ ਰਿਹਾ ਘਾਟਾ ਕੋਈ ਨਹੀਂ ਪਿਆ ਸਵਾਦ ਤੇ ਤਾਂ ਹੀ ਆ ਨਾ ਜੇ ਅਸੀਂ ਕੋਈ ਸੌਦਾ ਕਰੀਏ ਉਹਦਾ ਸਾਨੂੰ ਨਫਾ ਮਿਲੇ ਤੇ ਜੇ ਅਸੀਂ ਕੋਈ ਸੌਦਾ ਕਰ ਲਿਆ ਉਹਦੇ ਵਿੱਚ ਘਾਟਾ ਪੈ ਗਿਆ ਉਹਦਾ ਕੋਈ ਲਾਭ ਨਹੀਂ ਸਤਿਗੁਰੂ ਕਹਿਣ ਲੱਗੇ ਅਸੀਂ ਇੱਕ ਸੌਦਾ ਕੀਤਾ ਉਹਦੇ ਵੰਡੇ ਸਾਨੂੰ ਲਾਭ ਬੜਾ ਪ੍ਰਾਪਤ ਹੋਇਆ ਮਹਾਰਾਜ ਕਿਹੜਾ ਤੇ ਸਤਿਗੁਰੂ ਕਹਿਣ ਲੱਗੇ ਸੁੰਦਰ ਕੌਰ ਜੀ ਸਾਹਿਬ ਕੌਰ ਜੀ ਅਸੀਂ 4 ਸਾਹਿਬਜ਼ਾਦੇ ਦੇਖ ਕੇ ਤੇ ਹਜ਼ਾਰਾਂ ਜਿਉਂਦੇ ਕਰ ਲੈ ਉਹ ਉਂਗਲ ਪਤਾ ਕਿੰਨਾ ਵੱਲ ਕੀਤੀ ਸੀ ਪਾਤਸ਼ਾਹ ਨੇ ਸਾਡੇ ਵੱਡ ਵਡੇਰਿਆਂ ਵੱਲ
ਉਦੋਂ ਸਾਡੇ ਵੱਡ ਵਡੇਰੇ ਉੱਥੇ ਬੈਠੇ ਸਨ, ਬਾਬਾ ਦੀਪ ਸਿੰਘ ਵਰਗੇ ਮਰਦ ਉੱਥੇ ਬੈਠੇ ਸਨ। ਉਹਨਾਂ ਵੱਲ ਉਂਗਲ ਕਰਕੇ ਪਾਤਸ਼ਾਹ ਨੇ ਹੱਥ ਕਰਕੇ ਇਸ਼ਾਰਾ ਕਰਕੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਇਹਨਾਂ ਪੁੱਤਰਾਂ ਦੀ ਖਾਤਰ ਮੈਂ ਆਪਣੇ 4 ਕੁਰਬਾਨ ਕਰ ਦਿੱਤੇ। 4 ਮੂਏ ਤੋਂ ਕਿਆ ਹੋਇਆ, ਕੀ ਹੋ ਗਿਆ ਜੇ 4 ਚਲੇ ਗਏ? ਜੀਵਤ ਕਈ ਹਜ਼ਾਰ। ਇਹ 4 ਦੇ ਕੇ ਮੈਂ ਹਜ਼ਾਰਾਂ ਜਿਉਂਦੇ ਕਰ ਲੈ। ਉਹਨਾਂ ਹਜ਼ਾਰਾਂ ਦੇ ਵਿੱਚ ਕਿਹੜੇ ਕਿਹੜੇ ਆਉਂਦੇ ਨੇ ਤੇ ਕਿਹੜੇ ਕਿਹੜੇ ਨਹੀਂ ਆਉਂਦੇ, ਬਸ ਇਹੋ ਸਮਝਣ ਦਾ ਯਤਨ ਕਰਨਾ ਹੈ। ਆਪਾਂ ਵੇਖਣਾ ਕੀ ਅਸੀਂ ਉਹਨਾਂ ਹਜ਼ਾਰਾਂ ਵਿੱਚ ਆਏ ਜਿਹੜੇ 4 ਵੰਡੇ ਸਤਿਗੁਰਾਂ ਨੇ ਸਾਨੂੰ ਹਜ਼ਾਰਾਂ ਵਿੱਚ ਲਿਆਂਦਾ। ਕਿ ਅਸੀਂ ਉਹਨਾਂ ਹਜ਼ਾਰਾਂ ਵਿੱਚ ਹਾਂ, ਉਹਨਾਂ ਵਿੱਚ ਸਾਡੀ ਗਿਣਤੀ ਗਿਣੀ ਜਾਂਦੀ ਹੈ ਕਿ ਨਹੀਂ ਗਿਣੀ ਜਾਂਦੀ? ਜੇ ਨਹੀਂ ਗਿਣੀ ਜਾਂਦੀ ਤੇ ਯਤਨ ਕਰਨਾ ਅੱਜ ਤੋਂ ਬਾਅਦ ਅਸੀਂ ਉਹਨਾਂ ਹਜ਼ਾਰਾਂ ਵਿੱਚ ਸ਼ਾਮਲ ਹੋ ਜਾਈਏ। ਤੇ ਜੇ ਅਸੀਂ ਉਹਨਾਂ ਹਜ਼ਾਰਾਂ ਵਿੱਚ ਸ਼ਾਮਲ ਹੀ ਨਹੀਂ ਹੋਣਾ, ਅਸੀਂ ਉਹਨਾਂ 4 ਦੇ ਖਾਤਰ ਜਿਹੜੇ ਪਾਤਸ਼ਾਹ ਨੇ 4 ਵਟਾ ਕੇ ਹਜ਼ਾਰਾਂ ਲੈ, ਅਸੀਂ ਉਹਨਾਂ 4 ਦੀ ਪੱਗ ਡੰਡੀ ਤੇ ਨਹੀਂ ਚੱਲਣਾ, ਉਹਨਾਂ ਦੇ ਚਲਾਏ ਮਾਰਗ ਤੇ ਨਹੀਂ ਚੱਲਣਾ, ਤੇ ਮੁਆਫ ਕਰਿਓ ਅਸੀਂ ਉਹਨਾਂ ਹਜ਼ਾਰਾਂ ਵਿੱਚ ਨਹੀਂ ਆ ਸਕਦੇ। ਅਸੀਂ ਉਹਨਾਂ 4 ਦੀ ਰੀਸ ਕਰਕੇ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਸਾਡਾ ਨਾਮ ਦਰਜ ਨਹੀਂ ਹੋ ਸਕਦਾ। ਉਹ ਹਜ਼ਾਰਾਂ ਵਿੱਚ ਕੌਣ ਕੌਣ ਆਵੇਗਾ ਤੇ ਕੌਣ ਕੌਣ ਨਹੀਂ ਆਵੇਗਾ, ਮੈਂ ਹੀ ਪ੍ਰਕਰਨ ਆਪ ਜੀ ਦੇ ਸਾਹਮਣੇ ਰੱਖਣ ਲੱਗਾ। ਦਮਦਮਾ ਸਾਹਿਬ ਦੀ ਧਰਤੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘ ਸਾਹਿਬ ਭਾਈ ਮਣੀ ਸਿੰਘ, ਜਿਹੜੇ ਭਾਈ ਮਣੀ ਸਿੰਘ ਜਿਨ੍ਹਾਂ ਦਾ ਵੱਡ ਵਡੇਰਾ ਹੋਇਆ ਭਾਈ ਰਾਓ, ਰਾਓ ਦਾ ਪੁੱਤਰ ਹੋਇਆ ਭਾਈ ਮੂਲਾ, ਮੂਲੇ ਦਾ ਪੁੱਤਰ ਭਾਈ ਬੱਲੂ, ਬੱਲੂ ਦਾ ਪੁੱਤਰ ਭਾਈ ਮਾਈਦਾਸ, ਭਾਈ ਮਾਈਦਾਸ ਦਾ ਪੁੱਤਰ ਹੋਇਆ ਭਾਈ ਮਣੀ ਸਿੰਘ, ਭਾਈ ਮਣੀ ਸਿੰਘ ਦੇ 10 ਪੁੱਤਰ ਹੋਏ, ਭਾਈ ਉਦੇ ਸਿੰਘ, ਅਣਕ ਸਿੰਘ, ਅਜਬ ਸਿੰਘ, ਜਾਇਬ ਸਿੰਘ, ਗੁਰਬਖਸ਼ ਸਿੰਘ, ਦੇਸਾ ਸਿੰਘ, ਬਲਰਾਮ ਸਿੰਘ, ਬਚਿੱਤਰ ਸਿੰਘ, ਭਗਵਾਨ ਸਿੰਘ। ਇੱਕ ਤੇ ਭਾਈ ਮਣੀ ਸਿੰਘ ਇਹ ਹਨ ਜਿਹੜੇ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਮੌਜੂਦ ਨੇ, ਤੇ ਇੱਕ ਹਨ ਬਾਬਾ ਦੀਪ ਸਿੰਘ ਜੀ ਉੱਥੇ ਮੌਜੂਦ। ਇਹਨਾਂ ਦੀ ਸੇਵਾ ਲਾਈ ਗਈ ਹੈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਨ ਦੀ। ਧੀਰ ਮੱਲੀਆਂ ਨਹੀਂ ਦਿੱਤੀ ਬੀੜ, ਧੀਰ ਮੱਲੀਆਂ ਦੇ ਕੋਲ ਆਦ ਬੀੜ ਸੀ ਜਿਹੜੀ ਪੰਚਮ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਤੋਂ ਤਿਆਰ ਕਰਵਾਈ। ਉਸ ਬੀੜ ਦੇ ਵਿੱਚ ਤੇ ਅੱਜ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਤਰ ਕੀ ਹੈ, ਥੋੜਾ ਜਿਹਾ ਆਪਣੇ ਧਿਆਨ ਨੂੰ ਕੇਂਦਰਿਤ ਕਰਨਾ ਸਮਝ ਛੇਤੀ ਪੈ ਜਾਵੇਗਾ। ਮਨ ਵਿੱਚ ਸਵਾਲ ਆਵੇਗਾ ਕਿ ਜਿਹੜੀ ਧੀਰ ਮੱਲੀਆਂ ਕੋਲ ਬੀੜ ਸੀ ਤੇ ਜਿਹੜਾ ਅੱਜ ਗੁਰੂ ਗ੍ਰੰਥ ਸਾਹਿਬ ਹੈ, ਇਹਦੇ ਵਿੱਚ ਕੋਈ ਫਰਕ ਹੈ? ਫਰਕ ਹੈ, ਮੈਂ ਤੁਹਾਡੇ ਨਾਲ ਉਹ ਸਾਂਝਾ ਕਰਨ ਲੱਗਾ। ਕਲਗੀਧਰ ਪਾਤਸ਼ਾਹ ਨੇ ਭਾਈ ਮਣੀ ਸਿੰਘ ਜੀ ਨੂੰ ਤੇ ਬਾਬਾ ਦੀਪ ਸਿੰਘ ਜੀ ਨੂੰ ਸੇਵਾ ਦਿੱਤੀ, ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਨਾ ਹੈ। ਜਿਹੜਾ ਧੀਰ ਮੱਲੀਆਂ ਕੋਲ ਬੀੜ ਸੀ ਨਾ, ਉਹਦੇ ਵਿੱਚ ਗੁਰਬਾਣੀ ਪਹਿਲੇ 5 ਗੁਰੂ ਸਾਹਿਬਾਨਾਂ ਦੀ ਗੁਰਬਾਣੀ ਦਰਜ ਸੀ। ਗੁਰੂ ਨਾਨਕ ਪਾਤਸ਼ਾਹ ਦੀ 19 ਰਾਗਾਂ ਵਿੱਚ 974 ਸ਼ਬਦ ਦਰਜ ਸਨ। ਗੁਰੂ ਅੰਗਦ ਦੇ ਪਾਤਸ਼ਾਹ ਦੇ 63 ਸ਼ਲੋਕ ਉਸ ਧੀਰਮਲ ਵਾਲੀ ਬੀੜ ਜਿਹੜੀ ਮੈਂ ਗੱਲ ਕਰ ਰਿਹਾ ਉਸ ਵਿੱਚ ਮੌਜੂਦ ਸਨ। ਗੁਰੂ ਅਮਰਦਾਸ ਜੀ ਦੇ 17 ਰਾਗਾਂ ਵਿੱਚ 907 ਸ਼ਬਦ ਦਰਜ ਸਨ। ਗੁਰੂ ਰਾਮਦਾਸ ਜੀ ਦੇ 30 ਰਾਗਾਂ ਵਿੱਚ 679 ਸ਼ਬਦ ਦਰਜ ਸਨ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ 30 ਰਾਗਾਂ ਵਿੱਚ 2218 ਸ਼ਬਦ ਦਰਜ ਸਨ। ਉਸ ਬੀੜ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਨਹੀਂ ਸੀ ਤੇ ਨਾ ਉਸ ਬੀੜ ਦੇ ਵਿੱਚ ਜੈਜਾਵੰਤੀ ਰਾਗ ਹੀ ਦਰਜ ਸੀ। 31 ਰਾਗ ਹਨ ਗੁਰੂ ਗ੍ਰੰਥ ਸਾਹਿਬ ਦੇ, ਮੈਂ ਥੋੜਾ ਜਿਹਾ ਅੱਗੇ ਚੱਲ ਕੇ ਸਾਂਝਾ ਕਰਦਾ, ਪਰ ਉਸ ਬੀੜ ਦੇ ਵਿੱਚ ਕੇਵਲ 30 ਰਾਗ ਸਨ। 31ਵਾਂ ਰਾਗ ਭਾਈ ਮਣੀ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕਰਕੇ ਜੈਜਾਵੰਤੀ ਰਾਗ ਵਿੱਚ ਲਿਖਿਆ। ਉਸ ਬੀੜ ਦੇ ਵਿੱਚ ਭਗਤ ਸੂਰਦਾਸ, ਸੈਣ ਜੀ, ਸਦਨਾ ਜੀ, ਪੀਪਾ ਜੀ, ਪਰਮਾਨੰਦ ਜੀ, ਰਾਮਾਨੰਦ ਜੀ ਦਾ ਇੱਕ ਇੱਕ ਸ਼ਬਦ ਦਰਜ ਸੀ। ਉਸ ਆਦ ਬੀੜ ਦੇ ਵਿੱਚ ਭਗਤ ਜੈਦੇਵ ਜੀ ਦੇ 2 ਸ਼ਬਦ ਦਰਜ ਸਨ। ਉਸ ਬੀੜ ਦੇ ਵਿੱਚ ਭਗਤ ਭੀਖਣ ਤੇ ਭਗਤ ਬੇਣੀ ਜੀ ਦੇ 3-3 ਸ਼ਬਦ ਦਰਜ ਸਨ। ਉਸ ਬੀੜ ਦੇ ਵਿੱਚ ਭਗਤ ਤਰਲੋਚਨ ਤੇ ਭਗਤ ਧੰਨਾ ਜੀ ਦੇ 4-4 ਸ਼ਬਦ ਦਰਜ ਸਨ। ਉਸ ਬੀੜ ਦੇ ਵਿੱਚ ਭਗਤ ਰਵਿਦਾਸ ਜੀ ਦੇ 40 ਸ਼ਬਦ ਦਰਜ ਸਨ। ਉਸ ਬੀੜ ਦੇ ਵਿੱਚ ਭਗਤ ਨਾਮਦੇਵ ਜੀ ਦੇ 61 ਸ਼ਬਦ ਦਰਜ ਸਨ। ਉਸ ਬੀੜ ਦੇ ਵਿੱਚ ਭਗਤ ਫਰੀਦ ਜੀ ਦੇ 4 ਸ਼ਬਦ ਤੇ 112 ਸ਼ਲੋਕ ਦਰਜ ਸਨ। ਉਸ ਬੀੜ ਦੇ ਵਿੱਚ ਭਗਤ ਕਬੀਰ ਜੀ ਦੇ 541 ਸ਼ਬਦ ਵਿੱਚ ਸ਼ਲੋਕ ਦਰਜ ਸਨ। ਉਸ ਬੀੜ ਦੇ ਵਿੱਚ 11 ਭੱਟ ਸਲ ਜੀ, ਰਬੰਸ ਜੀ, ਕਲਸਾਰ ਜੀ, ਕੀਰਤ ਜੀ, ਗਜੰਦ ਜੀ, ਜਾਲਪ ਜੀ, ਨਲ ਜੀ, ਬਲ ਜੀ, ਭਲ ਜੀ, ਭਿੱਖਾ ਜੀ, ਮਥੁਰਾ ਜੀ, ਇਹਨਾਂ ਦੀ ਗੁਰਬਾਣੀ ਦਰਜ ਸੀ, ਸਵਈਏ ਦਰਜ ਸਨ।
ਗੁਰਸਿੱਖਾਂ ਦੀ ਬਾਣੀ ਦਰਜ ਸੀ ਔਰ 30 ਰਾਗਾਂ ਦੇ ਵਿੱਚ ਉਸ ਬੀੜ ਦੇ ਵਿੱਚ ਬਾਣੀ ਦਰਜ ਸੀ। ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਦੇਵ ਗੰਧਾਰੀ ਬਿਹਾਗੜਾ ਵਡਹੰਸ ਸੋਠ ਧਨਾਸਰੀ ਜੈਸਰੀ ਟੋਡੀ ਬੈਰਾੜੀ ਤਿਲੰਗ ਸੂਈ ਬਿਲਾਵਲ ਗੋਂਡ ਰਾਮਕਲੀ ਨਟ ਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕਿਦਾਰਾ ਭੈਰੋ ਬਸੰਤ ਸਾਰੰਗ ਮਲਾਰ ਕਾਂਡਾ ਕਲਿਆਣ ਪ੍ਰਭਾਤੀ। ਤੇ ਜਦੋਂ ਭਾਈ ਮਣੀ ਸਿੰਘ ਦੇ ਕੋਲੋਂ ਬਾਬਾ ਦੀਪ ਸਿੰਘ ਦੇ ਕੋਲੋਂ ਦਸਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਵਾਇਆ, ਉਦੋਂ ਫਿਰ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31ਵਾਂ ਰਾਗ ਜੈਜਾਵੰਤੀ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਵਰਤਿਆ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ 59 ਸ਼ਬਦ ਤੇ 57 ਸ਼ਲੋਕ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਏ। ਇਹ ਗੁਰੂ ਗ੍ਰੰਥ ਸਾਹਿਬ ਦੀ ਥੋੜੀ ਜੀ ਉਹ ਪਹਿਲੀ ਬੀੜ ਤੇ ਅੱਜ ਵਾਲੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਅੰਤਰ ਮੈਂ ਸਾਂਝਾ ਕੀਤਾ। ਬਾਬਾ ਦੀਪ ਸਿੰਘ ਨੇ ਆਪਣੇ ਕਰ ਕਮਲਾਂ ਨਾਲ 4 ਸਰੂਪ ਤਿਆਰ ਕੀਤੇ, 4 ਤਖਤਾਂ ਦੇ ਪਹੁੰਚਾਏ। ਦਸਮ ਪਾਤਸ਼ਾਹ ਇਥੋਂ ਨੰਦੇੜ ਸਾਹਿਬ ਦੀ ਧਰਤੀ ਨੂੰ ਚਲੇ ਗਏ। ਬਾਬਾ ਦੀਪ ਸਿੰਘ ਨੂੰ ਜਥੇਦਾਰ ਸਥਾਪਿਆ ਦਮਦਮਾ ਸਾਹਿਬ ਦਾ। ਇਹ ਤੋਂ ਕੋਈ ਦੂਰੀ ਤੇ ਇੱਕ ਨਗਰ ਹੈ ਜਿਸ ਨਗਰ ਦਾ ਨਾਂ ਹੈ ਪੱਕਾ ਪਿੰਡ। ਪੱਕੇ ਪਿੰਡ ਦਾ ਇੱਕ ਹਾਕਮ ਹੈ ਜਿਹਦਾ ਨਾਂ ਹੈ ਗੁਫਾਰੂ ਖਾਂ। ਉਹ ਗੁਫਾਰੂ ਖਾਂ ਜਿਹੜਾ ਜ਼ਾਲਮ ਹੈ, ਉਹਨੇ ਇਲਾਕੇ ਵਿੱਚ ਢੰਡੋਰਾ ਪਿਟਵਾਇਆ ਹੋਇਆ ਕਿ ਜੇ ਦੀ ਵੀ ਧੀ ਵਿਆਹਣ ਯੋਗ ਹੋ ਜਾਵੇ, ਕੰਨਿਆ ਜਵਾਨ ਹੋ ਜਾਵੇ, ਉਹ ਸਭ ਤੋਂ ਪਹਿਲਾਂ ਮੇਰੇ ਹਰਮਾਂ ਵਿੱਚ ਭੇਜੇ। ਮੇਰੀ ਮਰਜ਼ੀ ਤੋਂ ਬਿਨਾਂ ਜਿਸ ਨੇ ਆਪਣੀ ਧੀ ਦਾ ਵਿਆਹ ਕੀਤਾ ਮੈਂ ਉਸ ਨੂੰ ਜਿੰਦਾ ਜਲਾ ਦੇਵਾਂਗਾ। ਬੜੇ ਡਾਢੇ ਦੇ ਕਰੜੇ ਹੁਕਮ ਉਸਨੇ ਐਲਾਨੇ ਨੇ। ਇੱਕ ਨਗਰ ਹੈ, ਉਸ ਨਗਰ ਦੇ ਵਿੱਚ ਇੱਕ ਪੰਡਤ ਰਹਿੰਦਾ ਹੈ। ਪੰਡਤ ਦਾ ਨਾਮ ਹੈ ਹਰੀਦਾਸ। ਪੰਡਤ ਹਰੀਦਾਸ ਨੇ ਆਪਣੀ ਧੀ ਨੂੰ ਇਸ ਜ਼ਾਲਮ ਦੀਆਂ ਨਜ਼ਰਾਂ ਤੋਂ ਬਚਾ ਕੇ ਵੱਡਿਆਂ ਕੀਤਾ। ਕੰਨੋਂ ਕੰਨੀ ਖਬਰ ਕਿਸੇ ਨੂੰ ਨਾ ਹੋਣ ਦਿੱਤੀ। ਉਹਦੀ ਧੀ ਜਵਾਨ ਹੋ ਗਈ। ਉਹਨੇ ਕੁਝ ਰਿਸ਼ਤੇਦਾਰਾਂ ਵਿੱਚ ਗੱਲ ਕਰਕੇ ਕਿ ਧੀ ਦਾ ਵਿਆਹ ਗੁਫਾਰੂ ਖਾਂ ਦੀ ਨਜ਼ਰ ਤੋਂ ਪਾਸੇ-ਪਾਸੇ ਹੋ ਜਾਵੇ, ਵਿਚਾਰ ਕਰਕੇ ਕਿਸੇ ਨਾਲ ਗੰਢ ਤੋਪਾ ਕਰਕੇ ਰਿਸ਼ਤਾ ਕਰ ਲਿਆ। ਵਿਚੋਲੇ ਨੂੰ ਆਖਿਆ ਕੋਈ ਗਿਣਤੀ ਦੇ ਬੰਦੇ ਲੈ ਆਓ, ਰਾਤ ਨੂੰ ਆ ਜਾਓ, ਹਵਨ ਕੁੰਡ ਤਿਆਰ ਕਰਕੇ ਅਸੀਂ ਆਪਣੀ ਧੀ ਦਾ ਕੰਨਿਆਦਾਨ ਕਰ ਦੇਵਾਂਗੇ। ਵਿਚੋਲਾ ਆਇਆ, ਨਾਲ ਕੁਝ ਬਰਾਤੀ ਲੈ ਕੇ ਆਇਆ। ਬਰਾਤੀ ਪਹੁੰਚ ਗਏ ਚੁਨਿੰਦਾ ਜੇ ਕੁਝ, ਤੇ ਨਾਲੋਂ ਲਾੜਾ ਤੇ ਲਾੜੇ ਦਾ ਮਾਪਿਓ ਪਹੁੰਚ ਗਿਆ। ਪੰਡਤ ਹਰੀਦਾਸ ਦੇ ਘਰੇ ਰਾਤ ਹੋਣ ਲੱਗੀ ਹੈ, ਵਿਆਹ ਦੀ ਤਿਆਰੀ ਲੱਗਾ ਹੋਇਆ ਹਵਨ ਕੁੰਡ। ਬੈਠਾ ਹੈ ਉੱਥੇ ਦੁल्हा ਤੇ ਦੁਲਹਨ, ਲਾਗੇ ਖਲੋਤਾ ਹੈ ਪੰਡਤ ਹਰੀਦਾਸ, ਉਹਦੀ ਘਰਵਾਲੀ, ਲਾਗੇ ਲੜਕੇ ਦਾ ਮਾਤਾ ਪਿਤਾ ਤੇ ਕੁਝ ਚੁਨਿੰਦੇ ਬਰਾਤੀ। ਪਤਾ ਲੱਗ ਗਿਆ ਇਸ ਜ਼ਾਲਮ ਗੁਫਾਰੂ ਖਾਂ ਨੂੰ। ਉਹਦੇ ਕੰਨੀ ਪਹੁੰਚ ਗਈ ਖਬਰ। ਉਹ ਪਾ ਕੇ ਮੱਥੇ ਤੇ ਚੂੜੀ ਹੋ ਕੇ ਘੋੜੇ ਤੇ ਸਵਾਰ ਇਸ ਪਿੰਡ ਦੇ ਵਿੱਚ ਆਣ ਪਹੁੰਚਿਆ। ਸਾਹਮਣੇ ਵੇਖ ਕੇ ਹਵਨ ਕੁੰਡ ਤਿਆਰ। ਇਸ ਗੁਫਾਰੂ ਖਾਂ ਨੇ ਆਪਣੀ ਚੰਦਰੀ ਜ਼ਬਾਨ ਤੋਂ ਉਸ ਪੰਡਤ ਹਰੀਦਾਸ ਨੂੰ ਧਮਕਾਉਂਦਿਆਂ ਜੋ ਕੁਝ ਆਖਿਆ ਢਾਡੀ ਸਿੰਘ ਆਪ ਜੀ ਨਾਲ ਸਾਂਝਾ ਕਰ ਰਹੇ ਨੇ। ਪਿਆਰ ਨਾਲ ਸਰਵਣ ਕਰੋ। ਹਰੀਦਾਸ ਨੇ ਵਿਆਹ ਦਾ ਜੱਜ ਕਾਜ ਰਚਾਇਆ। ਚੱਲ ਗੁਫਾਰੂ ਖਾਨ ਸੀ ਵਿੱਚ ਪਿੰਡ ਦੇ ਆਇਆ। ਚੱਲ ਗੁਫਾਰੂ ਖਾਨ ਸੀ ਵਿੱਚ ਪਿੰਡ ਦੇ ਆਇਆ। ਚੱਲ ਗੁਫਾਰੂ ਖਾਨ ਸੀ ਵਿੱਚ ਪਿੰਡ ਦੇ ਆਇਆ। ਅੱਖਾਂ ਕਰਕੇ
लाल सी मथे वट पाया अखां करके लाल सी मथे वट पाया मथे वट पाया गुस्से दे विच आण के इयों आख सुनाया गुस्से दे विच आण के इयों आख सुनाया गुस्से दे विच आड़ के इयों आख सुनाया जो भी अड़िया सामने जाऊ पार बुलाया जाऊ पार बुलाया जो भी अड़िया सामने जाऊ पार बुलाया चुक के ले गया कन्या जा मैली पाया चुक के ले गया कन्या जा मैली पाया चुक के ले गया कन्या जा मैली पाया हो ਜ਼ਾਲਮ ਗਫਾਰੂ ਖਾਂ ਇਸ ਪੰਡਤ ਹਰੀਦਾਸ ਦੀ ਧੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਿਆ। ਸਮਾਂ ਬੜਾ ਕੀਮਤੀ ਹੈ, ਮੈਂ ਚਾਹੁੰਦਾ ਇਸ ਪ੍ਰਸੰਗ ਦਾ ਮੈਂ ਰਹਿੰਦੇ ਸਮੇਂ ਵਿੱਚ ਰਿਜ਼ਲਟ ਕੱਢ ਦਵਾਂ। ਗਫਾਰੂ ਖਾਂ ਤੇ ਇਸ ਪੰਡਤ ਦੀ ਧੀ ਨੂੰ ਲੈ ਗਿਆ, ਪਰ ਜਿਹੜੀ ਪੰਡਤ ਤੇ ਬਣੀ ਉਹਦਾ ਅੰਦਾਜ਼ਾ ਪੰਡਤ ਹੀ ਲਾ ਸਕਦਾ ਸੀ ਜਾਂ ਹੋਰ ਕੋਈ ਨਹੀਂ। ਪੰਡਤ ਆਪਣੇ ਘਰ ਵਿੱਚ ਬੈਠਾ ਰੋ ਰਿਹਾ ਤੇ ਕਿਸੇ ਸਿਆਣੇ ਨੇ ਆਵਾਜ਼ ਸੁਣੀ। ਉਹਨੇ ਆਖਿਆ, ਪੰਡਤਾ ਕੀ ਗੱਲ, ਕੁਝ ਦਿਨ ਪਹਿਲਾਂ ਤੇਰੇ ਘਰ ਖੁਸ਼ੀਆਂ ਦਾ ਮਾਹੌਲ, ਅੱਜ ਮਾਤਮ ਦਾ ਮਾਹੌਲ ਬਣਿਆ ਹੋਇਆ ਕਿ? ਉਹਨੇ ਸਾਰੀ ਕਹਾਣੀ ਦੱਸੀ। ਕਹਿਣ ਲੱਗਾ, ਮੇਰੇ ਨਾਲ ਜ਼ੁਲਮ ਹੋ ਗਿਆ, ਧੱਕਾ ਹੋ ਗਿਆ। ਉਹ ਸਿਆਣੇ ਪੁਰਖ ਨੇ ਆਖਿਆ, ਤੇਰੇ ਦੁੱਖਾਂ ਦੀ ਮਲਮ ਹੈ, ਥੋੜੀ ਦੂਰੀ ਤੇ ਦਮਦਮਾ ਸਾਹਿਬ ਸਾਬੋਗੀ ਤਲਵੰਡੀ ਦੀ ਧਰਤੀ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਤੀ ਪੁੱਤਰ ਬਾਬਾ ਦੀਪ ਸਿੰਘ ਜਥੇਦਾਰ ਉੱਥੇ ਖਾਲਸਾ ਬੈਠਾ ਹੈ, ਉਹਦੇ ਕੋਲ ਚਲਾ ਜਾ। ਤੇਰੀ ਦੋਂਦੀ ਹੋਈ ਰੱਖ ਤੇ ਹੱਥ ਰੱਖ ਕੇ ਤੇਰੇ ਜਿਹੜੇ ਦੁੱਖਾਂ ਦੀ ਦਰਦ ਦੀ ਦਵਾ ਬਣ ਜਾਵੇਗਾ। ਪਹੁੰਚ ਗਿਆ ਪੰਡਤ। ਅੱਗੇ ਕਥਾ ਵਿਚਾਰਾਂ ਚੱਲ ਰਹੀਆਂ ਸਨ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਕਸ਼ਮੀਰ ਦੇ ਪੰਡਤ ਆਏ। ਉਹਨਾਂ ਆ ਕੇ ਫਰਿਆਦ ਕੀਤੀ, ਕਹਿਣ ਲੱਗੇ, ਮਹਾਰਾਜ ਅਸੀਂ ਮਾਰੇ ਗਏ, ਲੁੱਟੇ ਗਏ, ਸਾਡੇ ਪੱਲੇ ਕੱਖ ਨਹੀਂ ਰਿਹਾ। ਪਾਤਸ਼ਾਹ ਨੇ ਆਖਿਆ ਸੀ, ਹੋਇਆ ਕੀ? ਕਹਿੰਦੇ, ਮਹਾਰਾਜ ਉਹ ਰੰਗਜ਼ੇਬ ਸਾਡੇ ਜੰਜੂ ਲਾ ਰਿਹਾ, ਟਿੱਕਾ ਮਿਟਾ ਰਿਹਾ, ਧੋਤੀ ਖਤਮ ਕਰ ਰਿਹਾ, ਬੋਧੀ ਖਤਮ ਕਰ ਰਿਹਾ। ਮਹਾਰਾਜ ਇੱਥੋਂ ਤੱਕ ਸਾਡੇ 68 ਤੀਰਥ ਵੀ ਖਤਰੇ ਵਿੱਚ ਪੈ ਗਏ। ਸਾਡੀ ਬੋਡੀ ਕਰੋ, ਨਹੀਂ ਤੇ ਸਾਡੇ ਤੀਰਥ ਵੀ ਮਿੱਟੀ ਵਿੱਚ ਮਿਲ ਕੇ ਰਹਿ ਜਾਣਗੇ। 68 ਤੀਰਥ ਹਿੰਦੂ ਧਰਮਾਂ ਦੇ ਮੁਬਾਰਕ ਨੇ, ਪੂਜਦੇ ਨੇ, ਉਹ ਪੂਜਣਯੋਗ ਨੇ। ਉਹਨਾਂ ਦੇ 68 ਤੀਰਥਾਂ ਦੀ ਗਿਣਤੀ ਮੈਂ ਥੋੜਾ ਸਾਂਝਾ ਕਰਕੇ ਗਾਂ ਚੱਲਾਂ।
ओंकार अयोध्या अवंतिका अरावती छतरदार सरस्वती सरयू सिंध छिपरा शोण श्री शैल श्री रंग हरिद्वार कपाल मोचन कप लोतक कांची कांची कलंजर कवेरी कुरुखेतर केदारनाथ गया गोकर्ण गोमती गोदावरी गोवर्धन गंगा सागर गंडका करकरा चरणवती चित्रकूट चंद्रपंग ज्वालामुखी जगन्नाथ ताप्ती ताम्रप्राणी तुंग भद्रा द्वारका दिशासम मेद दृश्यदवती धारा नर्मदा नैमिष नाग तीर्थ पृथुदक पुष्कर प्रयाग पादरेश्वर भीमेश्वर प्रिक तुंग महाकाल महाबोध मथुरा मायापुरी मान सरोवर मंदाकिनी वित सता विंध्या व्याल मिलवेश्वर वेत्रवई वेत्रवती वैष्णवी वैद्यनाथ जमुना रमेश्वर बद्रीनाथ 68 तीर्थ उन्होंने आख्या महाराज साढ़े 68 तीर्थ भी खत्म हो जाएंगे जे साडी बाह ना फड़ी। पातशाह ने बाह फड़ लई ते होया कि ठीकर फोर दलीस सिर प्रभपुर किया प्यान तेग बहादुर सी क्रिया करी ना किन्हू आन। पातशाह शहीद हो गए विचारां दमदमा साहब की धरती दे चल रही ने कि किसी दुखियारे की बाह फड़ी महाराज ने। अज एक फिर दुखियारा आ गया, उन्हें आख्या तुसी अपने विचारां नूं बंद कर दिओ, मेरे दिल दा वलवला मैं तुहाडे सामने रखना चाहुंदा हां। उन्हें रो रो के दस्सिया जो उहदे नाल होया। कौम दा जथेदार बाबा दीप सिंह पै गई मथे ते गैरत दी त्यूड़ी, तलवार दे मुठे ते चला गया हथ। सामने बैठे जरनैलां नूं संबोधन करके बाबा दीप सिंह एक जोशीली तकरीर कर लगे ने। इस नूं ढाडी कला विच कहा जांदा रसालू। राजा साल होया, साल दा पुत्तर है सालवान। सालवान दे 16 पुत्तर सन, उह चों एक दा नाम है पूरन ते एक दा रसालू। पूरन भी ढाडी कला दे गाया जांदा, रसालू सिंह गाउण लगे ने। अगे इन्हां दे परिवार चों होया सुहादा, सुहादे दा संसरपट, संसरपट दा राहू किरतू, राहू किरतू दा भागमल, भागमल दा बिगामल, बिगामल दा बुढ़ा मल जिन्हें अमृत छकिया ते बुढ़ा सिंह बनया। अगे दे 2 सपुत्र होए, चंदा सिंह ते नौ सिंह। चंदा सिंह दी औलाद सी संधा वालिए, नौत सिंह दी औलाद सी शुक्र चकीए। नौ सिंह शुक्र चकी दा सपुत्र है सरदार चढ़त सिंह शुक्र चकीया। सरदार चढ़त सिंह शुक्र चकी दा सपुत्र है सरदार माह सिंह शुक्र चकीया। सरदार माह सिंह दा सपुत्र है शेरे पंजाब महाराजा रणजीत सिंह। अगे दे 7 पुत्र होए, खड़क सिंह, शेर सिंह, तारा सिंह, मुल्ताना सिंह, दलीप सिंह, कश्मीरा सिंह, पिछौरा सिंह। इहदे वड वडेरां विचों ढाडी कला दी गाई जाण वाली क्लासिकल नज़म रसालू सिंह आप जी सामने बयान कर लगे ने। सरवण करन दा यतन करना। कौम दा जथेदार सिरला थियो दा जिंदा शहीद, शहीदां दी मिसल दा जथेदार, दमदमी टकसाल दा मुखी बाबा दीप सिंह साहिब दमदमा साहिब दी धरती तो सामने बैठे जरनैलां नूं वंगार के एक दुखियारे दी बाह फड़न वास्ते जो शीली तकरीर बाई इदां कर। बोले बाबा दीप सिंह बोले बाबा दीप सिंह दे मथे त्योड़ी पा जग सुन लई सारी वार्ता। जद सुन ले सारी वार्ता के खून अखां विच आ जो साथी ओदे नाल
ਜੋ ਸਾਥੀ ਉਹਦੇ ਨਾਂ ਦੇ ਆਪਣੇ ਕੋਲ ਬੁਲਾ ਸਭ ਇਕੱਠੇ ਕਰਕੇ ਸੂਰਮੇ सब इकट्ठे करके सूर में आख्या ना ताई सुना आकड़ खान गफारू खान जो रियाजो माड़िया ताई सुता आकड़ खान गफारू खान जो रिया माड़िया ताई सुता दईए चंदरे खान नवाब नू दईए चंदरे खान नवाब नू कीतियां दा फल भुगता दईए चंदरे खान नवाब नू हो ਬਾਬਾ ਦੀਪ ਸਿੰਘ ਸਾਹਿਬ ਜੀ ਨੇ ਬੈਠੇ ਹੋਏ ਜਰਨੈਲਾਂ ਯੋਧਿਆਂ ਨੂੰ ਵੰਗਾਰ ਪਾਈ। ਆਖਿਆ ਸੂਰਮਿਓ, ਗਫਾਰੂ ਖਾਨ ਨੇ ਹੁਣ ਜ਼ੁਲਮਾਂ ਦੀ ਹੱਦ ਕਰ ਦਿੱਤੀ ਆ, ਗਰੀਬਾਂ ਨੂੰ ਉਤਾਰਿਆ ਤੇ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗਰੀਬਾਂ ਦੀ ਢਾਲ ਬਣਾਇਆ ਹੈ। ਅਸੀਂ ਢਾਲ ਬਣ ਕੇ ਹੁਣ ਇਸ ਪੰਡਤ ਧਰੀ ਦਾਸ ਦੀ ਧੀ ਨੂੰ ਛੁਡਾ ਕੇ ਲਿਆਉਣਾ ਹੈ। ਇੱਕ ਵਾਰੀ ਨਹੀਂ ਖਾਲਸੇ ਨੇ ਧੀਆਂ ਛਡਾਈਆਂ, ਬੜੀ ਵਾਰ ਛਡਾਈਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਵੀ ਕਦੇ ਇੱਕ ਬ੍ਰਾਹਮਣ ਆਇਆ ਸੀ ਤੇ ਆ ਕੇ ਕਹਿੰਦਾ ਸੀ, ਮਹਾਰਾਜ ਮੇਰੀ ਘਰਵਾਲੀ ਨੂੰ ਚੁੱਕ ਕੇ ਲੈ ਗਿਆ ਪਾਪੀ ਜਾਬਰ ਖਾਨ ਤੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਉਦੋਂ ਛੁਡਾ ਕੇ ਲਿਆਂਦਾ। ਫਿਰ ਭਾਈ ਤਾਰੂ ਸਿੰਘ ਨੇ ਭਾਈ ਮਹਿਤਾਬ ਸਿੰਘ ਮੀਰਾਂ ਕੋਟ ਵਾਲੇ ਦੇ ਨਾਲ ਰਲ ਕੇ ਪੱਟੀ ਦਾ ਫੌਜਦਾਰ ਮਿਰਜ਼ਾ ਜਾਫਰ ਮੇਗ ਮਾਰ ਕੇ ਉਥੋਂ ਵੀ ਇੱਕ ਮੁਸਲਮਾਨ ਦੀ ਧੀ ਨੂੰ ਛਡਵਾਇਆ। ਸਰਦਾਰ ਹਰੀ ਸਿੰਘ ਭੰਗੀ ਨੇ ਕਸੂਰ ਫਤਿਹ ਕੀਤਾ ਤੇ ਉਥੋਂ ਵੀ ਇੱਕ ਪੰਡਤ ਦੀ ਪੰਡਤਾਣੀ ਨੂੰ ਛਡਾਇਆ। ਸਰਦਾਰ ਹਰੀ ਸਿੰਘ ਨਲੂਵੇ ਨੇ ਵੀ ਇੱਕ ਪੰਡਤ ਦੀ ਪੰਡਤਾਣੀ ਨੂੰ ਛਡਾਇਆ। ਬਹੁਤ ਵਾਰ ਖਾਲਸੇ ਦਾ ਇਤਿਹਾਸ ਇਹਨਾਂ ਪੰਨਿਆਂ ਨਾਲ ਭਰਿਆ ਪਿਆ ਹੈ। ਅੱਜ ਫੇਰ ਇੱਕ ਦੁਖਿਆਰਾ ਖਾਲਸੇ ਦੇ ਦਰਬਾਰ ਵਿੱਚ ਹਾਜ਼ਰ ਹੈ। ਬਾਬਾ ਦੀਪ ਸਿੰਘ ਜੀ ਨੇ ਖਾਲਸੇ ਨੂੰ ਕਰਕੇ ਤਿਆਰ, ਕਮਰ ਕੱਸੇ ਕਰ ਲੈਣੇ, ਅਰਦਾਸਾ ਸੋਧ ਦਿੱਤਾ ਗਿਆ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ। ਕਲਗੀਧਰ ਪਾਤਸ਼ਾਹ ਨੂੰ ਯਾਦ ਕਰਕੇ ਨਗਾਰਿਆਂ ਦੇ ਚੋਟਾਂ ਲਾ ਕੇ ਹੱਲਾ ਕਰਨ ਲੱਗੇ ਨੇ। ਖਾਲਸੇ ਪੱਕੇ ਪਿੰਡ ਵੱਲ ਨੂੰ ਵਧਦੇ ਜਾ ਰਹੇ ਨੇ। ਖਾਲਸਾਈ ਫੌਜਾਂ ਨਾਲ ਅਕਾਲ ਪੁਰਖ ਨੂੰ ਯਾਦ ਕਰਦੇ ਜਾ ਰਹੇ ਨੇ। ਇਧਰੋਂ ਪਤਾ ਲੱਗਾ ਗਫਾਰੂ ਖਾਨ ਨੂੰ ਕਿ ਬਾਬਾ ਦੀਪ ਸਿੰਘ ਸਾਹਿਬ ਮੇਰੇ ਸਾਹਮਣੇ ਆਉਣ ਵਾਲਾ ਹੈ ਤੇ ਮੇਰੇ ਕੋਲੋਂ ਜਿਹੜੀ ਮੈਂ ਪੰਡਤ ਧਰੀ ਦਾਸ ਦੀ ਧੀ ਚੁੱਕ ਕੇ ਲਿਆ ਉਹਨੂੰ ਛਡਾਉਣ ਵਾਸਤੇ ਆ ਰਿਹਾ ਹੈ। ਗਫਾਰੂ ਖਾਨ ਥੋੜੀ ਜਿਹੀ ਤਕੜਾਈ ਕਰਕੇ ਆਣ ਪਹੁੰਚਿਆ ਬਾਬਾ ਦੀਪ ਸਿੰਘ ਦੇ ਸਾਹਮਣੇ। ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਆਇਆ। ਬਾਬਾ ਦੀਪ ਸਿੰਘ ਨੇ ਆਖਿਆ, ਜ਼ਾਲਮਾ, ਲੋਕਾਂ ਦੀਆਂ ਧੀਆਂ ਨੂੰ ਚੁੱਕ ਕੇ ਆਪਣੇ ਘਰੀ ਪਾਉਣ ਦਾ ਬੜਾ ਸ਼ੌਂਕ ਪਿਆ ਹੈ। ਅੱਜ ਖਾਲਸਾ ਤੇਰਾ ਸਦਾ ਲਈ ਨਿਕਾਹ ਕਰਨ ਵਾਸਤੇ ਆ ਗਿਆ ਹੈ। ਬਾਬਾ ਦੀਪ ਸਿੰਘ ਜੀ ਨੇ ਕਰਕੇ ਕਾਲ ਪੁਰਖ ਨੂੰ ਯਾਦ, ਦਸਮ ਪਾਤਸ਼ਾਹ ਨੂੰ ਧਿਆ ਕੇ ਲਗਾ ਕੇ ਨਗਾਰਿਆਂ ਦੇ ਚੋਟਾਂ ਛੱਡ ਕੇ ਸਤਿ ਸ੍ਰੀ ਅਕਾਲ ਦਾ ਜਕਾਰਾ ਗਫਾਰੂ ਖਾਨ ਦਾ ਕਾਲ ਦੇ ਨਾਲ ਨਿਕਾਹ ਕਰਾਉਂਦਿਆਂ ਹੋਇਆ ਉਹਦੇ ਉੱਤੇ ਵਾਰ ਭਾਈ ਇਉਂ ਕਰ ਦਿੱਤਾ।
ਦੇ ਯੋਧਿਆ ਘੇਰਾ ਲਿਆ ਸੀ ਚੁਫੇਰਿਓ ਪਾ ਪੂਰੇ ਜੋਸ਼ ਵਿੱਚ ਬੋਲੇ ਸੋ ਨਿਹਾਲਦਾ ਉਸ ਪਾਪੀ ਦਾ ਹੀ ਫੜ ਅੱਜ ਸੋਧਣਾ ਗੱਜ ਕੇ ਜਕਾਰਾ ਪਿਆ ਲਿਆ ਮਾੜਿਆਂ ਤੇ ਜ਼ੁਲਮ ਕਮਾ ਗਰੀਬਾਂ ਦੀਆਂ ਕੰਨਿਆਂ ਰਿਆ ਮਹਿਲਾਂ ਵਿੱਚ ਖੁਸ਼ੀਆਂ ਮਨਾ ਵਿੱਚ ਗੜੀ ਦੇ ਹੋਏ ਗੜੀ ਦੇ ਪਿੱਟਣੇ ਪਵਾ ਦਿਓ ਦਿੱਤਾ ਖਾਲਸੇ ਨੂੰ ਹੁਕਮ ਸੁਣਾ ਅੱਜ ਗੜੀ ਵਿੱਚ ਪਿੱਟਣੇ ਪਵਾ ਦਿਓ ਅੱਜ ਗੜੀ ਵਿੱਚ ਪਿੱਟਣੇ ਪਵਾ ਦਿਓ ਦਿੱਤਾ ਖਾਲਸੇ ਨੂੰ ਹੁਕਮ ਸੁਣਾ ਤੌਣ ਫੜ ਕੇ ਗਫਾਰੂ ਖਾਨ ਨੂੰ ਤੌਣ ਫੜ ਕੇ ਗਫਾਰੂ ਖਾਨ ਨੂੰ ਦਿੱਤਾ ਧਰਤੀ ਦੇ ਉੱਤੇ ਪਟਕਾ ਐਸਾ ਵਾਰ ਕੀਤਾ ਬਾਬੇ ਤਲਵਾਰ ਦਾ ਐਸਾ ਵਾਰ ਕੀਤਾ ਬਾਬੇ ਤਲਵਾਰ ਦਾ ਫਿਰ ਕੀਤਾ ਧੜ ਨਾਲੋਂ ਸੀ ਜੁਦਾ ਫਿਰ ਮਹਿਲਾਂ ਚੋਂ ਛਡਾਈ ਜਾ ਕੇ ਕੰਨਿਆ ਫਿਰ ਮਹਿਲਾਂ ਚੋਂ ਛਡਾਈ ਜਾ ਕੇ ਕੰਨਿਆ ਸਿੱਧੀ ਪੰਡਿਤ ਦੇ ਘਰ ਪਹੁੰਚਾ ਯਾਦ ਰਹਿੰਦੀਆਂ ਖਾਲਸਾ ਤੇਰੀਆਂ ਹਾਂ ਜੀ ਹਾਂ ਵਾਲਾ ਦੁਨੀਆ ਜਾ ਹੋ ਇਹ ਹੈ ਖਾਲਸੇ ਦੇ ਪਰ ਉਪਕਾਰ ਦੀ ਦਾਸਤਾਨ। ਪਰ ਉਪਕਾਰ ਪਰ ਤੋਂ ਭਾਵ ਪਰਾਇਆ ਜਿਸ ਨੂੰ ਨਾ ਜਾਣਦੇ ਹੋਈਏ, ਉਪ ਦਾ ਭਾਵ ਉਸ ਨੂੰ ਉੱਚਿਆਂ ਚੁੱਕਣਾ ਤੇ ਕਾਰ ਦਾ ਭਾਵ ਹੈ ਕਰਮ ਕਰਨਾ। ਇਹ ਖਾਲਸੇ ਨੇ ਪਰ ਉਪਕਾਰ ਕੀਤਾ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਗਫਾਰੂ ਖਾਨ ਨੂੰ ਸਜ਼ਾ ਮੌਤ ਦੇ ਕੇ ਪੰਡਤ ਹਰੀਦਾਸ ਦੀ ਧੀ ਨੂੰ ਛਡਾ ਕੇ ਪੰਡਤ ਦੇ ਨਾਲ ਤੋਰਿਆ। ਫਿਰ ਉਹਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ, ਖਾਲਸੇ ਦਾ ਧੰਨਵਾਦ ਕੀਤਾ ਤੇ ਆਪਣੀ ਧੀ ਦਾ ਜੋ ਯੋਗਵਾਰ ਮਿਥਿਆ ਗਿਆ ਸੀ ਉਹਦੇ ਨਾਲ ਉਸ ਦਾ ਵਿਆਹ ਕਰ ਦਿੱਤਾ। ਇਤਨੀ ਸੇਵਾ ਪ੍ਰਵਾਨ ਕਰਨੀ ਸਾਡੇ ਤੋਂ ਬਾਅਦ ਆਉਣ ਵਾਲੇ ਕੌਮ ਦੇ ਮਹਾਨ ਵਿਦਵਾਨ ਜਿਨ੍ਹਾਂ ਉੱਤੇ ਸਿੱਖ ਕੌਮ ਨੂੰ ਮਾਣ ਹੈ। ਸਤਿਕਾਰਯੋਗ ਗਿਆਨੀ ਤਰਸੇਮ ਸਿੰਘ ਜੀ ਮੋਰਾਂ ਵਾਲੇ, ਬੜੀ ਅਪਾਰ ਬਖਸ਼ਿਸ਼ ਹੈ। ਕੋਈ ਦੁਨੀਆ ਦਾ ਸ਼ਾਇਦ ਐਸਾ ਦੇਸ਼ ਨਾ ਹੋਵੇ ਜਿੱਥੇ ਉਹਨਾਂ ਨੇ ਜਾ ਕੇ ਗੁਰੂ ਇਤਿਹਾਸ ਦੀ ਸਾਂਝ ਨਾ ਪਾਈ ਹੋਵੇ। ਬੜੀ ਪਾਰ ਬਖਸ਼ਿਸ਼ ਹੈ। ਸਮੁੱਚਾ ਜਥਾ ਉਹਨਾਂ ਦੇ ਨਾਲ ਸਰੰਗੀ ਮਾਸਟਰ, ਮੇਰੇ ਸਰੰਗੀ ਮਾਸਟਰ ਭਾਈ ਗੁਰਸਾਹਿਬ ਸਿੰਘ ਜੀ BA ਦੇ ਉਸਤਾਦ ਜੀ, ਸਤਿਕਾਰਯੋਗ ਗਿਆਨੀ ਸੋਭਾ ਸਿੰਘ ਜੀ,
ਔਰ ਉਹਨਾਂ ਦਾ ਸਮੁੱਚਾ ਜਥਾ ਭਾਈ ਜਸਵੰਤ ਸਿੰਘ ਜੀ ਸਾਰੇ ਪਹੁੰਚੇ ਨੇ। ਉਹਨਾਂ ਵੱਲੋਂ ਬੇਅੰਤ ਪਿਆਰ ਅਸੀਸਾਂ ਭੇਜੀਆਂ ਗਈਆਂ। ਮੈਂ ਧੰਨਵਾਦ ਕਰਦਾ ਹਾਂ। ਹੋਰ ਗੁਰਮੁਖਾਂ ਪਿਆਰਿਆਂ ਵੱਲੋਂ ਬੇਅੰਤ ਪਿਆਰ ਆਇਆ ਹੈ। ਇੱਕ ਭਾਈ ਦਰਬਾਰਾ ਸਿੰਘ ਜੀ ਮਾਲ ਡੰਗਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਾਉਂਦੇ ਨੇ। ਵੀਰ ਮਨਪ੍ਰੀਤ ਸਿੰਘ ਜੀ ਕਹਿੰਦੇ ਨੇ ਪ੍ਰਮਾਤਮਾ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ਣ। ਸਾਡੇ ਸਤਿਕਾਰਯੋਗ ਭਾਜੀ ਮਹਾਂਵੀਰ ਸਿੰਘ ਜੀ, ਵੀਰ ਜੀ ਗੁਲਾਬ ਸਿੰਘ ਜੀ ਵੀ ਅਰਦਾਸ ਕਰਾਉਂਦੇ ਨੇ ਕਿ ਉਹ ਵਿਦੇਸ਼ ਦੀ ਧਰਤੀ ਤੇ ਜਾਣਾ ਚਾਹੁੰਦੇ ਨੇ। ਗੁਰੂ ਕਿਰਪਾ ਕਰੇ ਉਹਨਾਂ ਦੇ ਕਾਰਜ ਵਿੱਚ ਅੰਗ ਸੰਗ ਸਹਾਈ ਹੋਣ। ਜੋ ਪਿਛਲੇ ਸਮੇਂ ਤੋਂ ਅਰਦਾਸਾਂ ਕੀਤੀਆਂ ਗਈਆਂ ਸੀ ਵੀਰ ਗੁਰਲਾਲ ਸਿੰਘ ਜੀ ਦੇ ਪ੍ਰਤੀ, ਪਰਮਾਤਮਾ ਨੇ ਕਿਰਪਾ ਕੀਤੀ। ਉਹਨਾਂ ਦੇ ਘਰ ਇੱਕ ਗੁਰੂ ਦੀ ਬਖਸ਼ਿਸ਼ ਸਦਕਾ ਭਾਈ ਰਹਿਮਤ ਸਿੰਘ ਤੇ ਬੇਟੀ ਪ੍ਰਭਦੀਪ ਕੌਰ ਉਹਨਾਂ ਨੇ ਜਨਮ ਲਿਆ ਏ। ਉਹ ਗੁਰੂ ਦੀ ਪਾਰ ਬਖਸ਼ਿਸ਼ ਹੋਈ ਇਹਨਾਂ ਤੇ। ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸਾ ਕਰਾਇਆ ਗਿਆ। ਵੀਰ ਜੀ ਗੁਰਲਾਲ ਸਿੰਘ ਜੀ ਔਰ ਸਮੁੱਚੀ ਸਾਰੀ ਸੰਗਤ ਦੀ ਚੜ੍ਹਦੀ ਕਲਾ ਦੀ ਅਰਦਾਸ। ਵੀਰ ਜੀ ਭਗਵੰਤ ਸਿੰਘ ਜੀ, ਨੰਬਰਦਾਰ ਸਰਦਾਰ ਰੇਸ਼ਮ ਸਿੰਘ ਜੀ, ਸਮੁੱਚੇ ਤੁਸੀਂ ਸਾਰੇ ਸਤਿਕਾਰਯੋਗ ਹੋ। ਨਗਰ ਨਿਵਾਸੀ ਪੰਚ ਸਰਪੰਚ, ਇਥੋਂ ਦੀ ਮੈਨੇਜਮੈਂਟ ਕਮੇਟੀ, ਪ੍ਰਬੰਧਕ ਜਨਾਂ ਦਾ, ਵੀਰ ਜੀ ਗੁਰਲਾਲ ਸਿੰਘ ਜੀ ਦਾ, ਸਤਿਕਾਰਯੋਗ ਬਾਬਾ ਸ਼ਮਸ਼ੇਰ ਸਿੰਘ ਜੀ ਪਿੱਟੇਵੱਡ, ਹੋਰ ਸੰਪਰਦਾਵਾਂ ਸਟੇਜ ਤੇ ਸੋਭਾ ਪਾ ਰਹੀਆਂ, ਸਭ ਦਾ ਧੰਨਵਾਦ। ਰੋਮ ਰੋਮ ਕਰਕੇ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਅਪਾਰ ਬਖਸ਼ਿਸ਼ ਕੀਤੀ ਹੈ। ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਿਦਾਰੇ ਕੀਤੇ ਨੇ। ਭੁੱਲਾਂ ਮੇਰੀਆਂ ਮੇਰੀ ਝੋਲੀ ਪਾ ਦਿਓ। ਇਤਿਹਾਸ ਗੁਰੂ ਦਾ ਵੱਡ ਵਡੇਰਿਆਂ ਦਾ ਹਿਰਦੇ ਵਿੱਚ ਵਸਾ ਕੇ ਉਹਨਾਂ ਦੇ ਕਰਨੀ ਨਾਮੇ ਨੂੰ ਆਪਣੇ ਮੱਥੇ ਦੀ ਯਾਦ ਦੀ ਪੱਟੀ ਤੇ ਦੁਹਰਾ ਕੇ ਆਪਣੇ ਜੀਵਨ ਨੂੰ ਉਹਨਾਂ ਦੇ ਮੁਤਾਬਕ ਢਾਲਣ ਦਾ ਯਤਨ ਕਰਨਾ। ਸਾਥੀ ਮੇਰੇ ਪੂਜਾ ਪਿਤਾ ਉਸਤਾਦ ਗਿਆਨੀ ਮਿਲਖਾ ਸਿੰਘ ਮੌਜੀ ਸਾਹਿਬ ਦੇ ਸਪੁੱਤਰ ਭਾਈ ਪ੍ਰਭਜੋਤ ਸਿੰਘ ਜੀ BA ਇਸ ਵੇਲੇ MA ਵਿਦਿਆਰਥੀ ਸਰਿਆਲੀ ਕਲਾਂ, ਸਰੰਗੀ ਮਾਟਰ ਭਾਈ ਗੁਰਸਾਹਿਬ ਸਿੰਘ ਜੀ BA ਇਸ ਵੇਲੇ MA ਵਿਦਿਆਰਥੀ ਜੱਦੀ ਪਿੰਡ ਪਹੂਵਿੰਡ ਇਸ ਵੇਲੇ ਬਾਸਰਕੇ, ਢਾਡੀ ਭਾਈ ਸੁਖਵਿੰਦਰ ਸਿੰਘ BA ਸਰਿਆਲੀ ਕਲਾਂ, ਦਾਸ ਹਮ ਅਵਗੁਣ ਭਰੇ ਏਕ ਗੁਣ ਨਾਹੀ ਮਨਬੀਰ ਸਿੰਘ BA ਇਸ ਵੇਲੇ MA ਵਿਦਿਆਰਥੀ, ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਜਨਮ ਸਥਾਨ ਨਗਰ ਪਹੂਵਿੰਡ ਤੋਂ। ਭੁੱਲਾਂ ਚੁੱਕਾਂ ਦੀ ਮੁਆਫੀ। ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ। ਆਉਣ ਵਾਲਾ ਪ੍ਰੋਗਰਾਮ ਸਤਿਕਾਰਯੋਗ ਸਟੇਜ ਸਕੱਤਰ ਸਾਹਿਬ ਜੀ ਪਾਸੋਂ ਸਰਵਣ ਕਰੋ। ਮਿਸਟਰ ਸਿੰਘ ਪ੍ਰੋਡਕਸ਼ਨ ਔਰ ਹੋਰ ਵੀ ਸਮੁੱਚੇ ਲਾਈਵ ਚੈਨਲਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹਨ ਮਨਬੀਰ ਸਿੰਘ ਜੀ BA, ਜਿਨ੍ਹਾਂ ਨੇ ਬੜੇ ਹੀ ਪਿਆਰ ਦੇ ਨਾਲ ਗੁਰੂ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਬਹੁਤ ਨਿਹਾਲ